ਹੈਲੋ ਟੂ ਆਲ ਵਿਊਅਰਸ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਹੋਪ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ, ਆਪਣੇ ਆਪ ਨੂੰ ਸੇਫ ਰੱਖ ਰਹੇ ਹੋ ਅਤੇ ਸੋਸ਼ਲ ਡਿਸਟੈਂਸਿੰਗ ਬਣਾ ਕੇ ਰੱਖ ਰਹੇ ਹੋ। ਅਤੇ ਅੱਜ ਕੁਝ ਮੇਜਰ ਅਪਡੇਟਸ ਜਿਹੜੀਆਂ ਆਈਆਂ IRCC ਕੈਨੇਡਾ ਤੋਂ, ਨਿਊ ਦਿੱਲੀ ਐਮਬੈਸੀ ਤੋਂ ਸਪੈਸੀਫਿਕਲੀ, ਉਹ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਹਾਂ। ਬਹੁਤ ਕਨਫਿਊਜ਼ਨ ਰਹੀ ਹੈ ਪਿਛਲੇ, ਇਹ ਮੇਜਰਲੀ ਜਿਹੜੀ ਹੈ ਸਟੱਡੀ ਵੀਜ਼ਾ ਲਈ ਅਪਡੇਟ ਨੇ। ਅਤੇ ਪਿਛਲੇ ਕੁਛ ਮੰਥਸ ਤੋਂ ਕਾफ़ੀ ਕਨਫਿਊਜ਼ਨ ਰਹੀ ਹੈ ਕਿ ਕੀ ਰੂਲਸ ਨੇ ਸਟੱਡੀ ਵੀਜ਼ਾ ਦੇ, ਕਿਸ ਤਰ੍ਹਾਂ ਸਟੱਡੀ ਵੀਜ਼ਾ ਲੱਗੇਗਾ, ਕੀ ਐਕਸੈਪਟ ਹੋਏਗਾ, ਕੀ ਐਕਸੈਪਟ ਨਹੀਂ ਹੋਏਗਾ। ਸੋ ਅੱਜ ਦਿੱਲੀ ਐਮਬੈਸੀ ਨੇ ਕਾफ़ੀ ਜਿਹੜੀ ਕਲੈਰਿਟੀ ਦਿੱਤੀ ਹੈ। ਸੋ ਲੈਟ ਮੀ ਸ਼ੇਅਰ ਦੈਟ ਵਿਦ ਯੂ, ਅਤੇ ਤਾਂ ਕਿ ਤੁਹਾਨੂੰ ਥੋੜ੍ਹਾ ਕਲੀਅਰ ਹੋਵੇ ਕਿ ਕਿਸ ਤਰ੍ਹਾਂ ਤੁਸੀਂ ਮੂਵ ਫਾਰਵਰਡ ਕਰਨਾ ਹੈ। ਸਟੱਡੀ ਵੀਜ਼ਾ ਐਪਲੀਕੇਸ਼ਨ ਦਾ ਸਪੈਸੀਫਿਕਲੀ ਰਿਲੇਟਡ ਇਹ ਅਪਡੇਟ ਹੈ ਅੱਜ ਦੀ। ਅਤੇ ਰੋਜ਼ ਸਾਨੂੰ ਇਹ ਕੁਐਸਚਨਸ ਆ ਰਹੇ ਹੈ ਜਿਹੜੇ ਵੀਜ਼ਾ ਸਾਡੇ ਤੋਂ ਲੱਗੇ ਹੈ ਜਾਂ ਵੀਜ਼ਾ ਕਿਤੇ ਹੋਰ ਲੱਗੇ ਹੋਏ ਆ, ਕਿ ਕਿਹਨੂੰ ਐਂਟਰੀ ਅਲਾਊਡ ਹੈ, ਕਿਹਨੂੰ ਐਂਟਰੀ ਨਹੀਂ ਅਲਾਊਡ, ਕੋਈ ਟਰੈਵਲ ਏਜੰਟਸ ਕੀ ਕਹਿ ਰਹੇ ਹੈ, ਅਤੇ ਕਾਫੀ ਕਨਫਿਊਜ਼ਨ ਹੈ। ਸੋ ਲੈਟ ਮੀ ਕਲੈਰੀਫਾਈ ਦਿਸ ਫॉर ਯੂ, ਇਹਨੂੰ ਕਲੈਰੀਫਾਈ ਕਰਦੇ ਹਾਂ ਅਤੇ ਤਾਂ ਕਿ ਤੁਹਾਨੂੰ ਸਿਚੁਏਸ਼ਨ ਕਲੀਅਰ ਹੋਏ ਕਿ ਗਵਰਨਮੈਂਟ ਵੱਲੋਂ ਕੀ ਰੈਗੂਲੇਸ਼ਨਸ ਨੇ ਅਤੇ ਕੀ ਤੁਹਾਨੂੰ ਰਿਕੁਆਇਰਮੈਂਟਸ ਨੇ ਫੁੱਲਫਿਲ ਕਰਨ ਦੀ। ਰਾਈਟ, ਸੋ ਜਿਹੜੀ ਅੱਜ ਮੇਜਰ ਅਪਡੇਟ, ਸਭ ਤੋਂ ਵੱਡੀ ਖਬਰ ਜਿਹੜੀ ਹੈ ਅੱਜ, ਜਿਹੜੀ ਨਿਊਜ਼ IRCC ਨੇ ਜਿਹੜੀ ਕਨਫਰਮੇਸ਼ਨ ਦਿੱਤੀ ਹੈ ਕਿ ਪਿਛਲੇ ਮਤਲਬ 4 ਮੰਥਸ ਤੋਂ ਜਦ ਦਾ ਸ਼ਟਡਾਊਨ ਇੰਡੀਆ 'ਚ ਹੋਇਆ, ਲੋਕਡਾਊਨ, IELTS ਸੈਂਟਰ ਬੰਦ ਹੋ ਗਏ, VFS ਬੰਦ ਹੋ ਗਏ, ਅਤੇ ਕਾਫੀ ਕਨਫਿਊਜ਼ਨ ਸੀਗੀ ਕਿ IELTS ਬੰਦ ਹੋ ਗਏ, ਹੁਣ ਕਿੱਦਾਂ ਕੋਈ ਵੀਜ਼ਾ ਲੱਗੇਗਾ। ਸੋ ਡੂਓਲਿੰਗੋ ਦਾ ਜਿਹੜਾ ਐਗਜ਼ਾਮ ਹੈ ਉਹ ਸ਼ੁਰੂ ਹੋਇਆ ਸੀ, ਅਤੇ ਕਾਲਜਿਸ ਨੇ ਡੂਓਲਿੰਗੋ ਐਕਸੈਪਟ ਕਰਨਾ ਸ਼ੁਰੂ ਕੀਤਾ, ਅਤੇ ਕਾਫੀ ਜਿਹੜੀ ਪ੍ਰਮੋਸ਼ਨ ਵੀ ਹੋਈ ਹੈ ਡੂਓਲਿੰਗੋ ਦੀ। ਕਾਫੀ ਸਟੂਡੈਂਟਸ ਨੂੰ ਸੁਜੈਸਟ ਕੀਤਾ ਕਿ ਤੁਸੀਂ ਡੂਓਲਿੰਗੋ ਕਰ ਲਓ, ਬਿਕੋਜ਼ ਕਾਲਜਿਸ ਆਰ ਐਕਸੈਪਟਿੰਗ, ਅਤੇ ਤੁਹਾਡੇ ਆਫਰ ਲੈਟਰਸ ਤਾਂ ਆ ਹੀ ਜਾਣਗੇ। ਐਂਡ ਵੀ ਆਰ ਹੋਪਿੰਗ ਕਿ ਡੂਓਲਿੰਗੋ ਨਾਲ ਤੁਹਾਡਾ ਸਟੂਡੈਂਟ ਵੀਜ਼ਾ ਅਪਲਾਈ ਵੀ ਹੋਏਗਾ ਨੋਨ STS ਕੈਟੇਗਰੀ 'ਚ। ਬਟ ਅੱਜ ਸਭ ਮੇਜਰ ਜਿਹੜੀ ਖਬਰ ਹੈ ਉਹ ਇਹ ਹੈ ਕਿ ਐਮਬੈਸੀ ਨੇ ਬਿਲਕੁਲ ਮਨਾ ਕਰਤਾ ਕਿ ਡੂਓਲਿੰਗੋ ਉਹ ਨੋਨ STS ਕੈਟੇਗਰੀ 'ਚ ਐਕਸੈਪਟ ਨਹੀਂ ਕਰਨਗੇ। ਇਹ ਬਹੁਤ ਵੱਡੀ ਖਬਰ ਹੈ ਕਿ ਡੂਓਲਿੰਗੋ ਐਕਸੈਪਟ ਨਹੀਂ ਹੋਏਗਾ। ਉਹਨਾਂ ਨੇ ਬੜਾ ਕਲੀਅਰਲੀ ਕਹਿ ਤਾ ਕਿ ਆਇਲਸ GT ਹੋਵੇ ਜਾਂ ਐਕੈਡਮਿਕ ਹੋਵੇ, ਉਹ ਦੋਨੋਂ ਨੋਨ STS ਕੈਟੇਗਰੀ 'ਚ ਐਕਸੈਪਟੇਬਲ ਨੇ। ਐਂਡ IELTS ਦੇ ਇਲਾਵਾ TOEFL, ਜਿਹੜੇ ਅੱਜ ਬਹੁਤ ਘੱਟ ਲੋਕ ਦਿੰਦੇ ਆ, ਬਟ ਸਟਿਲ TOEFL ਇਜ਼ ਐਕਸੈਪਟੇਬਲ, ਐਂਡ PTE ਇਜ਼ ਆਲਸੋ ਐਕਸੈਪਟੇਬਲ ਕੁਝ ਸਿਚੁਏਸ਼ਨਸ 'ਚ। PTE ਜਦੋਂ ਜੇ PTE ਦੇ ਔਨਲਾਈਨ ਰਿਜ਼ਲਟਸ ਅਵੇਲੇਬਲ ਨੇ ਅਤੇ ਅਸੀਂ ਜੇ ਉਹਨਾਂ ਨਾਲ IRCC ਨਾਲ ਸ਼ੇਅਰ ਕਰ ਸਕਦੇ ਹਾਂ, ਅਤੇ PTE ਵੀ ਐਕਸੈਪਟੇਬਲ ਹੋਏਗਾ। ਇਹ 3 ਐਗਜ਼ਾਮਸ ਨੇ, ਇਹ ਤੋਂ ਇਲਾਵਾ ਕੋਈ ਵੀ ਐਗਜ਼ਾਮ ਇੰਗਲਿਸ਼ ਦਾ ਐਕਸੈਪਟੇਬਲ ਨਹੀਂ ਹੈ ਨੋਨ STS ਕੈਟੇਗਰੀ ਵਿੱਚ ਵੀ। SDS 'ਚ ਤਾਂ ਚਲੋ ਵੈਸੇ ਹੀ ਓਨਲੀ IELTS ਐਕੈਡਮਿਕ ਐਕਸੈਪਟੇਬਲ ਹੈ, ਬਟ ਨੋਨ STS ਵਿੱਚ ਵੀ ਸਿਰਫ ਇਹ 3 ਐਗਜ਼ਾਮਸ ਜਿਹੜੇ ਹੈ ਇਹਨਾਂ ਦੇ ਰਿਜ਼ਲਟਸ IRCC ਕੰਸੀਡਰ ਕਰੇਗਾ। ਡੂਓਲਿੰਗੋ ਐਕਸੈਪਟੇਬਲ ਨਹੀਂ ਹੈਗਾ, ਅਤੇ ਸੋ ਇਹ ਕਾਫੀ ਵੱਡੀ ਜਿਹੜੀ ਇੱਕ ਡਿਸਅਪੋਇੰਟਿੰਗ ਨਿਊਜ਼ ਹੈ ਕਿ ਡੂਓਲਿੰਗੋ ਉਹਨਾਂ ਨੇ ਨਹੀਂ ਐਕਸੈਪਟ ਕਰਨਾ। ਇਹਦਾ ਰੀਜ਼ਨ ਕੋਈ ਨਹੀਂ ਦੱਸ ਸਕਦਾ, ਕੁਛ ਨਹੀਂ ਪਤਾ ਕਿ ਕਿਉਂ ਇਹਨਾਂ ਨੇ ਇਹ ਸਟੈਪ ਲਿਆ। ਮੇ ਬੀ ਡੂਓਲਿੰਗੋ ਇਜ਼ ਨਾਟ ਅਪ ਟੂ ਦ ਮਾਰਕ, ਜਾਂ ਕੋਈ ਹੋਰ ਰੀਜ਼ਨ ਹੋ ਸਕਦੇ ਹੈ। ਸੋ ਸਾਨੂੰ ਨਹੀਂ ਪਤਾ ਕਿ ਇਹ ਬੈਕਗਰਾਊਂਡ 'ਚ ਕੀ ਇਸ਼ੂ ਹੈ ਡੂਓਲਿੰਗੋ ਦਾ, ਕਿ ਬਟ ਐਕਸੈਪਟੇਬਲ ਨਹੀਂ ਹੈ। ਅਤੇ ਜਿਹੜੇ ਸਟੂਡੈਂਟਸ ਹੋਪ ਕਰ ਰਹੇ ਸੀ ਕਿ ਡੂਓਲਿੰਗੋ ਲਗਾ ਕੇ ਸੈਪਟੈਂਬਰ ਇਨਟੇਕ 'ਚ ਐਪਲੀਕੇਸ਼ਨਸ ਲੌਂਚ ਹੋ ਜਾਣਗੀਆਂ ਵੀਜ਼ੇ ਦੀਆਂ, ਜਾਂ ਈਵਨ ਜੈਨ ਇਨਟੇਕ ਡੂਓਲਿੰਗੋ ਨਾਲ ਅਸੀਂ ਅਪਲਾਈ ਕਰ ਸਕਦੇ ਹਾਂ, ਅਨਫੋਰਚੂਨੇਟਲੀ ਡੂਓਲਿੰਗੋ ਐਕਸੈਪਟੇਬਲ ਨਹੀਂ ਹੋਏਗਾ ਹੁਣ। ਅੰਟਿਲ ਟੂਡੇ ਤਾਂ ਇਹੀ ਨਿਊਜ਼ ਹੈ। ਹੂ ਨੋਜ਼ ਕੱਲ੍ਹ ਨੂੰ ਕੀ ਹੋਣਾ ਜਾਂ ਪਰਸੋਂ ਨੂੰ ਕੀ ਹੋਣਾ। ਜਦੋਂ ਵੀ ਨਿਊ ਇਨਫੋਰਮੇਸ਼ਨ ਆਏਗੀ ਤੁਹਾਨੂੰ ਅਸੀਂ ਪਾਸ ਔਨ ਕਰਾਂਗੇ। ਅਤੇ ਅਦਰ ਦੈਨ ਡੂਓਲਿੰਗੋ, LOAs 'ਤੇ ਕੁਐਸਚਨਸ ਨੇ ਕਿ LOA ਸਾਡਾ ਐਕਸੈਪਟੇਬਲ ਹੋਏਗਾ ਕਿ ਨਹੀਂ ਹੋਏਗਾ। LOAs ਦੀ ਕਲੈਰੀਫਿਕੇਸ਼ਨ ਇਹ ਹੈ ਕਿ ਜੇ ਤੁਸੀਂ ਮਾਰਚ ਵਿੱਚ ਫੋਰ ਐਗਜ਼ਾਮਪਲ ਵੀਜ਼ਾ ਅਪਲਾਈ ਕੀਤਾ ਸੀ, ਐਂਡ ਤੁਹਾਡੇ ਕੋਲ ਜਿਹੜਾ LOA ਸੀਗਾ ਉਹ ਮੇ ਇਨਟੇਕ ਦਾ ਸੀਗਾ, ਐਂਡ ਓਬਵੀਅਸਲੀ ਮੇ ਇਨਟੇਕ ਦੇ ਹਜੇ ਰਿਜ਼ਲਟਸ ਨਹੀਂ ਆਏ ਵੀਜ਼ੇ ਦੇ, ਬਟ ਜੇ ਹੁਣ AIP ਦੇ ਅੰਡਰ ਪ੍ਰੋਸੈਸਿੰਗ ਹੋਏਗੀ ਸਟੂਡੈਂਟ ਵੀਜ਼ਾਸ ਦੀ, ਜਿਹੜਾ 2 ਸਟੇਜ ਪ੍ਰੋਸੈਸਿੰਗ ਸ਼ੁਰੂ ਹੋਈ ਹੈ, ਜੇ ਤੁਹਾਡਾ LOA ਵੈਲਿਡ ਨਹੀਂ ਹੈਗਾ ਸੈਪਟੈਂਬਰ ਇਨਟੇਕ ਲਈ, ਜੇ ਤੁਹਾਡਾ LOA ਵੈਲਿਡ ਨਹੀਂ ਹੈਗਾ ਅਤੇ ਤੁਹਾਨੂੰ AIP ਅਪਰੂਵਲ ਨਹੀਂ ਮਿਲੇਗਾ। ਓਕੇ, ਇਹ ਚੀਜ਼ ਬਹੁਤ ਇੰਪੋਰਟੈਂਟ ਹੈ।
ਤੁਹਾਡਾ ਜੇ AIP ਮੇ ਇਨਟੇਕ ਦਾ ਸੀ ਐਕਸਪਾਇਰ ਹੋ ਗਿਆ, ਤੁਸੀਂ ਉਹਨੂੰ ਰੀਨਿਊ ਨਹੀਂ ਕੀਤਾ, ਆਪਣਾ ਇਨਟੇਕ ਆਪਣੀ ਜਿਹੜੀ ਐਡਮਿਸ਼ਨ ਉਹ ਡੈਫਰ ਨਹੀਂ ਕੀਤੀ ਸੈਪਟੈਂਬਰ ਲਈ, ਤੇ ਤੁਹਾਡਾ ਉਹ ਜਿਹੜਾ LOA ਹੈ ਉਹ ਐਕਸੈਪਟ ਨਹੀਂ ਹੋਏਗਾ। ਯੂ ਹੈਵ ਟੂ ਗੈਟ ਅ ਨਿਊ LOA ਫॉर ਸੈਪਟੈਂਬਰ ਇਨਟੇਕ, ਰਾਈਟ। ਤੀਸਰੀ ਜਿਹੜੀ ਚੀਜ਼ ਹੈ, ਬਹੁਤ ਕੁਐਸਚਨਸ ਨੇ ਕਿ ਸਟੂਡੈਂਟਸ ਜੇ ਲੈਟਸ ਸੇ ਸੈਪਟੈਂਬਰ ਇਨਟੇਕ ਲਈ ਆਨਲਾਈਨ ਸਟੱਡੀਜ਼ ਸ਼ੁਰੂ ਕਰ ਲੈਂਦੇ, ਤੇ ਵਾਟ ਹੈਪਨਸ ਫॉर ਜੈਨ ਇਨਟੇਕ, ਕੀ ਹੋਏਗਾ ਜੈਨ 'ਚ ਜਾ ਕੇ ਸਾਡੀ ਟਿਊਸ਼ਨ ਫੀਸ ਜਿਹੜੀ ਹੈ ਉਹ ਪੈਸਾ ਸਾਡਾ ਖਰਾਬ ਹੋ ਜਾਏਗਾ। ਆਪਾਂ ਸੈਪਟੈਂਬਰ 'ਚ ਕਲਾਸਿਸ ਸ਼ੁਰੂ ਕਰ ਲੈਂਦੇ ਹਾਂ ਆਨਲਾਈਨ ਕਲਾਸਿਸ, ਜੈਨ 'ਚ ਸਾਨੂੰ ਫਲਾਈਟਸ ਓਪਨ ਹੋਣਗੀਆਂ, ਸਾਨੂੰ ਐਂਟਰੀ ਮਿਲੇਗੀ, ਤੇ IRCC ਨੇ ਬਹੁਤ ਕਲੀਅਰਲੀ ਇਹ ਕਹਿਤਾ ਕਿ ਅਸੀਂ ਕੁਛ ਨਹੀਂ ਕਹਿ ਸਕਦੇ ਜੈਨ ਇਨਟੇਕ ਲਈ, ਵੀ ਕੈਨ ਨਾਟ ਸੇ ਐਨੀਥਿੰਗ। ਓਬਵੀਅਸਲੀ ਜਦ ਤੱਕ VFS ਨਹੀਂ ਓਪਨ ਹੁੰਦੇ ਤਾਂ ਵੀਜ਼ਾਜ਼ ਦੀ ਫੁੱਲ ਗ੍ਰਾਂਟ ਤਾਂ ਵੀਜ਼ਾ ਦਾ ਹੋਏਗਾ ਹੀ ਨਹੀਂ, ਕਿਉਂਕਿ ਬਾਇਓਮੈਟ੍ਰਿਕਸ ਨਹੀਂ ਹੋਣਗੇ। ਐਂਡ ਇਨ ਐਡੀਸ਼ਨ ਟੂ VFS, ਜੇ VFS ਖੁੱਲ੍ਹ ਵੀ ਜਾਂਦੇ ਹੈ, ਕਿ ਫਲਾਈਟਸ ਖੁੱਲ੍ਹਣਗੀਆਂ, ਕਿ ਸਾਰੇ ਸਟੂਡੈਂਟਸ ਨੂੰ ਅਲਾਓ ਹੋਏਗਾ ਕੈਨੇਡਾ ਆਉਣ ਨੂੰ, IRCC ਨੇ ਕਹਿਤਾ ਕਿ ਅਸੀਂ ਇਸ ਟਾਈਮ ਕੋਈ ਤੁਹਾਨੂੰ ਗਾਰੰਟੀ ਨਹੀਂ ਦੇ ਸਕਦੇ। ਹੋਪਫੁਲੀ ਦਿਸ ਵਿਲ ਗੈਟ ਬੈਟਰ, ਕਿਉਂਕਿ ਕੈਨੇਡਾ ਦਾ ਸਿਚੁਏਸ਼ਨ ਕੋਵਿਡ ਦੀ ਜਿਹੜੀ ਹੈ ਉਹ ਕਾਫੀ ਬੈਟਰ ਹੋ ਗਈ ਹੈ। ਇਟਸ ਮਚ ਮੋਰ ਇਨ ਕੰਟਰੋਲ ਦੈਨ ਜਿਹੜੀ ਸਿਚੁਏਸ਼ਨ ਇੰਡੀਆ 'ਚ ਹੈ। ਸੋ ਕੁਛ ਨਹੀਂ ਤੁਹਾਨੂੰ ਅਸੀਂ ਦੱਸ ਸਕਦੇ ਹਜੇ। ਸੋ ਹੋਪਫੁਲੀ ਸਿਚੁਏਸ਼ਨ ਗੈਟ ਬੈਟਰ, ਬਟ ਇਸ ਟਾਈਮ ਕੁਛ ਨਹੀਂ ਕਹਿ ਸਕਦੇ। ਤੇ ਜਿਹੜੀ ਸਟੂਡੈਂਟਸ ਦੀ ਕਨਫਿਊਜ਼ਨ ਹੈ ਕਿ ਜੇ ਅਸੀਂ ਆਪਣਾ ਕੋਰਸ ਸ਼ੁਰੂ ਕਰ ਲੈਂਦੇ ਹਾਂ ਐਂਡ 50% ਦੀ ਜਿਹੜੀ ਰਿਕੁਆਇਰਮੈਂਟ ਹੈ ਕਿ ਸਾਡਾ ਪ੍ਰੋਗਰਾਮ 50% ਅਸੀਂ ਕੰਪਲੀਟ ਤੁਸੀਂ ਕਰੋਗੇ ਕੈਨੇਡਾ ਦੇ ਵਿੱਚ, ਫਿਰ ਹੀ ਤੁਹਾਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲੇਗਾ ਉਸ ਪੜ੍ਹਾਈ ਦੇ ਬੇਸ 'ਤੇ। ਸੋ IRCC ਨੇ ਬੜਾ ਕਲੀਅਰਲੀ ਕਹਿਤਾ ਕਿ ਅਸੀਂ ਕੁਛ ਨਹੀਂ ਕਹਿ ਸਕਦੇ, 50% ਤਾਂ ਰੂਲ ਜਿਹੜਾ ਇਸ ਟਾਈਮ ਐਪਲੀਕੇਬਲ ਹੈ ਉਹ ਰੂਲ ਰਹੇਗਾ। ਜੇ ਤੁਹਾਡਾ 1 ਈਅਰ ਦਾ ਕੋਰਸ ਹੈ, ਤੁਸੀਂ ਫਾਲ ਇਨਟੇਕ ਇੰਡੀਆ 'ਚ ਕਰ ਲਈ, ਸੈਪਟੈਂਬਰ ਜੈਨ ਇਨਟੇਕ ਵੀ ਤੁਹਾਨੂੰ ਇੰਡੀਆ 'ਚ ਕਰਨੀ ਪੈ ਰਹੀ ਹੈ, ਤੇ ਅਸੀਂ ਉਹਦੇ ਬਾਰੇ ਇਸ ਟਾਈਮ ਕੁਛ ਨਹੀਂ ਕਹਿ ਸਕਦੇ। ਸੋ ਓਵਰਆਲ ਮਤਲਬ ਇਟ ਇਜ਼ ਅ ਵੈਰੀ ਬੈਡ ਸਿਚੁਏਸ਼ਨ ਫॉर ਸਟੂਡੈਂਟਸ, ਕਿ ਕੁਛ ਵੀ ਤੁਹਾਨੂੰ ਜਿਹੜਾ ਫਿਊਚਰ 'ਚ ਨਹੀਂ ਹਜੇ ਪਤਾ ਲੱਗ ਰਿਹਾ, ਕਾਫੀ ਅਨਸਰਟਨ ਸਿਚੁਏਸ਼ਨ ਹੈ। ਜਿਨ੍ਹਾਂ ਦੇ 2 ਈਅਰ ਕੋਰਸਿਸ ਹੈ, ਆਈ ਥਿੰਕ ਉਹਨਾਂ ਦਾ ਰਿਸਕ ਕਾਫੀ ਘੱਟ ਹੈ, ਤੇ ਬਟ ਜਿਨ੍ਹਾਂ ਦਾ 8 ਮੰਥਸ ਮੋਸਟਲੀ ਜਿਹੜੇ ਪੋਸਟ ਗ੍ਰੈਜੂਏਟ ਡਿਪਲੋਮਾ ਲੈਂਦੇ ਆ 8 ਮੰਥਸ ਦਾ, ਉਹ ਸਿਚੁਏਸ਼ਨ ਇਸ ਟਾਈਮ ਕਾਫੀ ਰਿਸਕੀ ਹੈ, ਰਾਈਟ। ਤੇ ਸੋ ਵੀ ਵੁੱਡ ਰੈਕਮੈਂਡ ਕਿ ਜੇ ਤੁਸੀਂ 2 ਈਅਰ ਪ੍ਰੋਗਰਾਮ ਲੈਂਦੇ ਹੋ, ਤੁਹਾਡਾ ਰਿਸਕ ਕਾਫੀ ਘੱਟ ਹੈ, ਤੁਸੀਂ ਆਨਲਾਈਨ ਸਟੱਡੀ ਸ਼ੁਰੂ ਵੀ ਕਰ ਲੈਂਦੇ ਹੋ, ਹੋਪਫੁਲੀ ਸਿਚੁਏਸ਼ਨ ਵਿਲ ਗੈਟ ਬੈਟਰ। ਬਟ 8 ਮੰਥਸ ਕੋਰਸਿਸ ਇਸ ਟਾਈਮ ਕਾਫੀ ਰਿਸਕੀ ਹੈ, ਸੋ ਵੀ ਵੁੱਡ ਨਾਟ ਐਡਵਾਈਜ਼ ਐਨੀਵਨ ਟੂ ਟੇਕ 8 ਮੰਥ ਕੋਰਸਿਸ। VFS ਬਾਰੇ IRCC ਨੇ ਬੜਾ ਕਲੀਅਰਲੀ ਕਹਿਤਾ ਕਿ ਕੋਈ ਵੀ ਟਾਈਮਲਾਈਨ ਇਸ ਟਾਈਮ VFS ਓਪਨਿੰਗ ਤਾਂ ਨਹੀਂ ਹੈਗੀ। ਕਾਫੀ ਜਿਹੜੀ ਫੇਕ ਨਿਊਜ਼ ਚੱਲ ਰਹੀ ਸੀਗੀ ਜੂਨ ਵਿੱਚ VFS ਖੁੱਲ੍ਹ ਜਾਏਗਾ, ਜੁਲਾਈ 'ਚ VFS ਖੁੱਲ੍ਹ ਜਾਏਗਾ। IRCC ਨੇ ਬੜਾ ਕਲੀਅਰਲੀ ਕਹਿਤਾ ਕਿ ਸਾਡੇ ਕੋਲ ਕੋਈ ਟਾਈਮਲਾਈਨ ਨਹੀਂ ਹੈ ਕਿ VFS ਕਦੋਂ ਓਪਨ ਹੋਣਗੇ। ਇਹਦਾ ਕੀ ਮਤਲਬ ਹੈ ਕਿ ਵਾਈ ਦਿਸ ਇਜ਼ ਅ ਕੇਸ, ਵਾਈ ਇਫ ਐਵਰੀਥਿੰਗ ਐਲਸ ਇਨ ਇੰਡੀਆ ਇਜ਼ ਓਪਨਿੰਗ ਈਵਨ ਇਨ ਦ ਕੋਵਿਡ ਟਾਈਮ, VFS ਕਿਉਂ ਨਹੀਂ ਓਪਨ ਹੋ ਰਿਹਾ? ਜਾਂ ਤਾਂ ਉਹਨਾਂ ਕੋਲ ਮੈਨ ਪਾਵਰ ਨਹੀਂ ਹੈ, ਜਾਂ ਸੇਫਟੀ ਇਸ਼ੂ ਹੈ, ਜਾਂ ਜੋ ਵੀ ਇਸ਼ੂ ਨੇ, ਇਹ ਸਾਨੂੰ ਪਤਾ ਨਹੀਂ ਹੈ। ਬਟ IRCC ਨੇ ਕਹਿਤਾ ਕਿ ਸਾਡੇ ਕੋਲ ਕੋਈ ਟਾਈਮ ਲਾਈਨ ਨਹੀਂ ਹੈ VFS ਓਪਨ ਹੋਣ ਦੀ। ਅਗੇਨ ਇਹ ਅੱਜ ਦੀ ਇਨਫੋਰਮੇਸ਼ਨ ਹੈ, ਹੂ ਨੋਜ਼ ਇੱਕ ਹਫ਼ਤੇ ਬਾਅਦ ਕੀ ਡਿਵੈਲਪਮੈਂਟ ਹੋਏਗੀ, ਬਟ ਰਾਈਟ ਨਾਓ ਇਟਸ ਵੈਰੀ ਕਲੀਅਰ ਕਿ ਕਿਸੇ ਕੋਲ ਵੀ ਇਹ ਇਨਫੋਰਮੇਸ਼ਨ ਨਹੀਂ ਹੈ ਕਿ VFS ਕਦੋਂ ਓਪਨ ਹੋਣਗੇ। ਐਂਡ ਜਦ ਤੱਕ VFS ਨਹੀਂ ਓਪਨ ਹੋਣਗੇ, ਬਾਇਓਮੈਟ੍ਰਿਕਸ ਨਹੀਂ ਹੋਣਗੇ, ਤੁਹਾਡਾ ਜਿਹੜਾ ਸਟੱਡੀ ਵੀਜ਼ਾ ਪ੍ਰੋਸੈਸਿੰਗ ਹੈ ਉਹ ਕੰਪਲੀਟ ਨਹੀਂ ਹੋਏਗੀ। ਇਹ ਜਿਹੜੀਆਂ ਮੇਜਰ ਜਿਹੜੀਆਂ ਚੀਜ਼ਾਂ ਨੇ, ਤੇ ਮੋਸਟਲੀ ਕੁਐਸਚਨਸ ਆ ਰਹੇ ਹੈ ਜਿਨ੍ਹਾਂ ਦੇ ਓਪਨ ਵਰਕ ਪਰਮਿਟ ਸਪਾਊਸ ਵੀਜ਼ਾ ਲੱਗੇ ਹੋਏ ਹੈ, ਜਾਂ ਕੋਈ ਕਿਸੇ ਦੀ PR ਦੀ ਕਨਫਰਮੇਸ਼ਨ ਆਫ PR ਆਈ ਦੀ ਹੈ। ਇਨ ਦੋ ਸਿਨੈਰੀਓਜ਼ ਆਲਸੋ, ਸਪੈਸ਼ਲੀ ਗੱਲ ਕਰਦੇ ਹਾਂ ਸਟੂਡੈਂਟਸ ਦੀ ਅਤੇ ਵਰਕਰਸ ਦੀ। ਸਟੂਡੈਂਟਸ ਜਿਨ੍ਹਾਂ ਦੇ ਮਾਰਚ 18 ਤੋਂ ਪਹਿਲਾਂ ਵੀਜ਼ਾਸ ਲੱਗੇ ਹੋਏ, ਮਾਰਚ 18 ਤੋਂ ਪਹਿਲਾਂ ਜਿਨ੍ਹਾਂ ਦੇ ਵੀਜ਼ਾਸ ਅਪਰੂਵ ਨੇ, ਉਹਨਾਂ ਨੂੰ ਇਸ ਟਾਈਮ ਐਗਜ਼ੈਂਪਸ਼ਨ ਮਿਲ ਰਹੀ ਹੈ ਕਿ ਤੁਸੀਂ ਕੈਨੇਡਾ ਜਾ ਸਕਦੇ ਹੋ, ਮਾਰਚ 18 ਤੋਂ ਪਹਿਲਾਂ ਜਿਹਦਾ ਸਟੱਡੀ ਪਰਮਿਟ ਅਪਰੂਵਡ ਸੀਗਾ। ਐਂਡ ਤੁਹਾਡੀ ਪੜ੍ਹਾਈ ਜਿਹੜੀ ਹੈ ਸੈਪਟੈਂਬਰ 'ਚ ਡੈਫਰ ਹੋ ਚੁੱਕੀ ਹੈ, ਸੈਪਟੈਂਬਰ 'ਚ ਤੁਸੀਂ ਸ਼ੁਰੂ ਕਰਨੀ ਹੈ। ਉਹ ਸਟੂਡੈਂਟਸ ਕੈਨੇਡਾ ਉਹਨਾਂ ਨੂੰ ਆਥੋਰਾਈਜੇਸ਼ਨ ਦੇ ਰਿਹਾ ਕਿ ਤੁਸੀਂ ਕੈਨੇਡਾ ਆ ਸਕਦੇ ਹੋ। ਕੁਝ ਕਨਫਿਊਜ਼ਨ ਇਹਦੇ ਵਿੱਚ ਫਿਰ ਵੀ ਹੈਗੀ ਹੈ। ਵੀ ਹੈਵ ਸੀਨ ਕੇਸਿਸ ਕਿ ਸਟੂਡੈਂਟਸ ਏਅਰਪੋਰਟ 'ਤੇ ਗਏ
ਤੇ ਫਲਾਈਟਸ ਜਿਹੜੀ 에ਅਰਲਾਈਨਸ ਨੇ ਉਹਨਾਂ ਨੂੰ ਬੋਰਡ ਨਹੀਂ ਕਰਨ ਦਿੱਤਾ, ਇਹ ਕਹਿ ਕੇ ਕਿ ਤੁਹਾਡਾ ਕੈਨੇਡਾ ਜਾਣਾ ਰਿਕੁਆਇਰਡ ਨਹੀਂ ਹੈ ਇਸ ਟਾਈਮ, ਅਸੈਂਸ਼ੀਅਲ ਨਹੀਂ ਹੈ। ਬਟ ਉਹਦੇ ਲਈ ਤੁਹਾਨੂੰ IRCC ਤੋਂ ਜਿਹੜੀ ਆਥੋਰਾਈਜੇਸ਼ਨ ਲੈਣੀ ਪੈਂਦੀ ਹੈ ਕਿ ਅਸੀਂ ਸਟੂਡੈਂਟ ਹਾਂ, ਸਾਡਾ ਮਾਰਚ 18 ਤੋਂ ਪਹਿਲਾਂ ਜਿਹੜਾ ਅਪਰੂਵਲ ਹੋ ਗਿਆ ਹੋਇਆ ਸਟੱਡੀ ਵੀਜ਼ਾ ਦਾ, ਐਂਡ ਵੀ ਵਾਂਟ ਟੂ ਟਰੈਵਲ। ਉਹਦੀ IRCC ਤੁਹਾਨੂੰ ਸਪੈਸੀਫਿਕ ਆਥੋਰਾਈਜੇਸ਼ਨ ਦਿੰਦਾ ਹੈ। ਜੇ ਤੁਹਾਨੂੰ ਆਥੋਰਾਈਜੇਸ਼ਨ 'ਚ ਕੋਈ ਵੀ ਹੈਲਪ ਚਾਹੀਦੀ ਹੈ, ਪਲੀਜ਼ ਸਾਡੇ ਆਫਿਸ ਕੰਟੈਕਟ ਕਰੋ, ਤੁਹਾਨੂੰ ਅਸੀਂ ਆਥੋਰਾਈਜੇਸ਼ਨ 'ਚ ਹੈਲਪ ਕਰਾਂਗੇ। ਤੁਸੀਂ ਸਾਡੇ ਤੋਂ ਵੀਜ਼ਾ ਲਵਾਇਆ ਨਹੀਂ ਲਵਾਇਆ, ਵੀਲ ਬੀ ਹੈਪੀ ਟੂ ਹੈਲਪ ਯੂ। ਅਤੇ ਉਹ ਆਥੋਰਾਈਜੇਸ਼ਨ ਲਈ ਬਿਨਾਂ ਫਲਾਈਟ ਨਾ ਲੈਣ ਦੀ ਕੋਸ਼ਿਸ਼ ਕਰੋ, ਏਅਰਪੋਰਟ ਨਾ ਜਾਣ ਦੀ ਕੋਸ਼ਿਸ਼ ਕਰੋ, ਬਿਕੋਜ਼ ਤੁਹਾਨੂੰ ਇਸ਼ੂ ਆ ਸਕਦਾ ਹੈ। ਐਂਡ ਤੁਸੀਂ ਮੰਨੋ 에ਅਰ ਟਿਕਟ ਲਈ ਹੋਈ ਹੈ, ਤੁਸੀਂ ਏਅਰਪੋਰਟ ਪਹੁੰਚ ਗਏ ਐਂਡ ਨਾਓ ਏਅਰਲਾਈਨ ਇਜ਼ ਨਾਟ ਲੈਟਿੰਗ ਯੂ ਬੋਰਡ, ਦੈਟ ਕੈਨ ਬਿਕਮ ਅ ਬਿਗ ਪ੍ਰੋਬਲਮ, ਰਾਈਟ। ਸੋ ਪਲੀਜ਼ ਆਥੋਰਾਈਜੇਸ਼ਨ IRCC ਦੀ ਆਪਣੇ ਨਾਲ ਲਓ, ਤਾਂ ਹੀ ਤੁਸੀਂ ਆਪਣੀ ਫਲਾਈਟਸ ਬੁੱਕ ਕਰੋ ਉਸ ਤੋਂ ਬਾਅਦ ਹੀ, ਰਾਈਟ। ਜਿਹੜੇ ਉਹ ਸਪਾਊਸ ਵੀਜ਼ਾਸ ਨੇ, ਓਪਨ ਵਰਕ ਪਰਮਿਟਸ ਨੇ, ਤੁਸੀਂ ਅਸੈਂਸ਼ੀਅਲ ਸਰਵਿਸਿਜ਼ ਇਸ ਟਾਈਮ ਨਹੀਂ ਆਉਂਦੇ, ਬਿਕੋਜ਼ ਤੁਸੀਂ ਕੋਈ ਇੰਪਲੋਇਰ ਨਾਲ ਕਨੈਕਟਡ ਨਹੀਂ ਹੋ, ਤੁਸੀਂ ਬੌਂਡਡ ਨਹੀਂ ਹੋ। ਤੁਹਾਡੀ ਅਸੈਂਸ਼ੀਅਲ ਸਰਵਿਸਿਜ਼ ਕੀ ਨੇ ਕੈਨੇਡਾ ਇਸ ਟਾਈਮ? ਹੈਲਥ ਸਰਵਿਸਿਜ਼ ਨੇ, ਐਗਰੀਕਲਚਰ ਸਰਵਿਸਿਜ਼ ਨੇ, ਐਂਡ ਟਰਾਂਸਪੋਰਟੇਸ਼ਨ, ਟਰੱਕਿੰਗ ਹੋ ਗਈ, ਅਸੈਂਸ਼ੀਅਲ ਸਰਵਿਸਿਜ਼ ਲਾਈਕ ਦੈਟ, ਰਾਈਟ। ਸੋ ਇਹਨਾਂ ਨੂੰ ਆਥੋਰਾਈਜੇਸ਼ਨ ਹੈ ਇਸ ਟਾਈਮ, ਬਿਕੋਜ਼ ਇਹ ਬੇਸਿਕ ਸਰਵਿਸਿਜ਼ ਨੇ ਜਿਹਦੇ ਵਿੱਚ ਸ਼ਾਰਟੇਜ, ਲੇਬਰ ਸ਼ਾਰਟੇਜ ਹੈ ਕੈਨੇਡਾ 'ਚ। ਸੋ ਜੇ ਤੁਹਾਡਾ ਵਰਕ ਪਰਮਿਟ ਇਸ ਟਾਈਪ ਦੀ ਅਸੈਂਸ਼ੀਅਲ ਸਰਵਿਸਿਜ਼ 'ਚ ਤੁਹਾਡੇ ਕੋਲ ਹੈਗਾ ਤੇ ਤੁਸੀਂ ਅਲਾਊਡ ਹੋ ਇਸ ਟਾਈਮ, ਜਾਂ ਨਵਾਂ ਵਰਕ ਪਰਮਿਟ ਵੀ ਜੇ ਤੁਹਾਨੂੰ ਮਿਲਦਾ ਹੈ ਤਾਂ ਤੁਸੀਂ ਅਲਾਊਡ ਹੋ ਇਸ ਟਾਈਮ ਕੈਨੇਡਾ ਜਾਣ ਲਈ, ਰਾਈਟ। ਬਟ ਓਪਨ ਵਰਕ ਪਰਮਿਟ ਜਿਹੜੇ ਸਪਾਊਸ ਵੀਜ਼ਾਸ ਹੁੰਦੇ ਆ, ਉਹ ਬਿਕੋਜ਼ ਅਸੈਂਸ਼ੀਅਲ ਸਰਵਿਸਿਜ਼ ਨਹੀਂ ਆਉਂਦੇ ਅਤੇ ਤੁਹਾਨੂੰ ਇਸ ਟਾਈਮ ਆਥੋਰਾਈਜੇਸ਼ਨ ਨਹੀਂ ਹੈ ਫਲਾਈ ਕਰਨ ਦੀ। ਸੋ ਪਲੀਜ਼ ਆਪਣੀ ਟਿਕਟ ਲੈ ਕੇ ਆਪਣੀ ਟਿਕਟ 'ਤੇ ਪੈਸੇ ਨਾ ਖਰਾਬ ਕਰੋ। ਨੋ ਮੈਟਰ ਵਾਟ ਦ ਟਰੈਵਲ ਏਜੰਟ ਸੇ, ਤੁਹਾਨੂੰ ਉਹ ਕਹਿ ਰਹੇ ਕਿ ਵਧੀਆ ਪ੍ਰਾਈਸ ਮਿਲ ਰਿਹਾ, ਤੁਸੀਂ ਲੈ ਲਓ, ਕੱਲ੍ਹ ਨੂੰ ਸ਼ਾਰਟੇਜ ਹੋ ਜਾਏਗੀ, ਟਿਕਟ ਮਿਲੇਗੀ ਨਹੀਂ ਮਿਲੇਗੀ, ਅਸੀਂ ਤੁਹਾਨੂੰ ਇੰਨੇ ਦੀ ਅੱਜ ਦੇ ਦਿੰਦੇ ਹਾਂ। ਦ ਟਰੂਥ ਇਜ਼, ਇਹ ਰਿਸਕ ਸਿਰਫ ਤੁਹਾਡਾ ਹੈ ਕਿ ਤੁਹਾਨੂੰ ਉੱਥੇ ਮੋਸਟ ਲਾਈਕਲੀ ਜਿਹੜਾ ਹੈ ਏਅਰਪੋਰਟ 'ਤੇ ਜਾ ਕੇ ਤੁਹਾਨੂੰ ਬੋਰਡ ਨਹੀਂ ਕਰਨ ਦੇਣਗੇ, ਬਿਕੋਜ਼ ਤੁਸੀਂ ਅਸੈਂਸ਼ੀਅਲ ਸਰਵਿਸਿਜ਼ ਇਸ ਟਾਈਮ ਨਹੀਂ ਆਉਂਦੇ। ਸੋ ਪਲੀਜ਼ ਵੇਟ ਫॉर ਦ ਨੈਕਸਟ ਇੰਸਟਰਕਸ਼ਨਸ, ਪਲੀਜ਼ ਵੇਟ ਟੂ ਹੀਅਰ ਫਰੋਮ IRCC ਕਿ ਸਪਾਊਸ ਵੀਜ਼ਾਜ਼ ਜਿਹੜੀ ਫੈਮਿਲੀ ਰੀਯੂਨੀਫਿਕੇਸ਼ਨ ਹੈ ਉਹਦੇ ਅੰਦਰ ਕਦੋਂ ਤੁਹਾਨੂੰ ਅਲਾਉ ਕਰਦੇ ਕੈਨੇਡਾ ਆਉਣ ਲਈ, ਰਾਈਟ। ਇਹ ਤੋਂ ਇਲਾਵਾ ਜਿਹੜੇ ਵੀ ਕੋਈ ਇਫ ਯੂ ਹੈਵ ਟੂ ਰੀਜੁਆਇਨ ਯੋਰ ਫੈਮਿਲੀ ਮੈਂਬਰਸ ਜਿਹੜੇ ਪਰਮਾਨੈਂਟ ਰੈਜ਼ੀਡੈਂਟਸ ਨੇ ਜਾਂ ਸਿਟੀਜ਼ਨਸ ਨੇ ਕੈਨੇਡਾ ਦੇ, ਉਹਦੀ ਆਥੋਰਾਈਜੇਸ਼ਨ ਤੁਹਾਨੂੰ ਹੁਣ ਮਿਲ ਰਹੀ ਹੈ। ਸਿੰਸ ਅਬਾਊਟ ਅ ਮੰਥ ਆਥੋਰਾਈਜੇਸ਼ਨ ਆ ਰਹੀ ਹੈ ਹੁਣ। ਉਹਦੇ ਲਈ ਵੀ ਤੁਹਾਨੂੰ ਰਿਟਨ ਆਥੋਰਾਈਜੇਸ਼ਨ ਚਾਹੀਦੀ ਹੈ IRCC ਤੋਂ, ਉਹ ਤੋਂ ਬਿਨਾਂ ਤੁਸੀਂ ਟਰੈਵਲ ਨਹੀਂ ਕਰ ਸਕਦੇ। ਸੋ ਬਟ ਦੋਜ਼ ਪੀਪਲ ਆਰ ਅਲਾਊਡ ਟੂ ਟਰੈਵਲ, ਤੁਸੀਂ ਆਪਣੀ ਫੈਮਲੀਜ਼ ਨੂੰ ਰੀਜੁਆਇਨ ਕਰ ਸਕਦੇ ਹੋ ਇਨ ਕੈਨੇਡਾ, ਰਾਈਟ। ਸੋ ਇਹ ਅੱਜ ਦੀਆਂ ਮੇਜਰ ਅਪਡੇਟਸ ਨੇ। ਆਈ ਹੋਪ ਇਸ ਇਨਫੋਰਮੇਸ਼ਨ ਤੋਂ ਤੁਹਾਨੂੰ ਬੈਨੀਫਿਟ ਹੋਏਗਾ, ਅਤੇ ਜਿਹੜੀ ਕਨਫਿਊਜ਼ਨ ਹੈ ਸਪੈਸ਼ਲੀ ਅਬਾਊਟ ਸਟੱਡੀ ਵੀਜ਼ਾਜ਼ ਜਾਂ ਸਪਾਊਸ ਵੀਜ਼ਾਜ਼ ਕਿ ਅਸੀਂ ਕਦੋਂ ਟਰੈਵਲ ਕਰਾਂਗੇ, ਕਿੱਦਾਂ ਟਰੈਵਲ ਕਰਾਂਗੇ, ਇਹਦੇ ਨਾਲ ਤੁਹਾਨੂੰ ਹੈਲਪ ਮਿਲੇਗੀ। ਜੇ ਤੁਹਾਨੂੰ ਕੋਈ ਵੀ ਹੋਰ ਇਨਫੋਰਮੇਸ਼ਨ ਚਾਹੀਦੀ ਹੈ ਅਤੇ ਪਲੀਜ਼ ਸਾਡੇ ਆਫਿਸ ਕਾਲ ਕਰ ਲਓ। ਇਨਫੋਰਮੇਸ਼ਨ ਥੱਲੇ ਫਲੈਸ਼ ਹੋ ਰਹੀ ਹੈ, ਫ਼ੋਨ ਨੰਬਰਸ ਆ ਰਹੇ ਆ, ਪਲੀਜ਼ ਕਾਲ ਦੈਮ ਅਤੇ ਆਪਣੀ ਸਿਚੁਏਸ਼ਨ ਸਮਝਾਓ, ਜਿਹੜੀ ਤੁਹਾਨੂੰ ਹੈਲਪ ਚਾਹੀਦੀ ਹੈ, ਵੀ ਆਰ ਹੀਅਰ ਟੂ ਹੈਲਪ ਯੂ, ਰਾਈਟ। ਐਂਡ ਐਜ਼ ਆਲਵੇਜ਼ ਅਸੀਂ ਐਡਵਾਈਸ ਕਰਨਾ ਚਾਹਾਂਗੇ ਕਿ ਜਦੋਂ ਵੀ ਤੁਸੀਂ ਕੋਈ ਇਨਫੋਰਮੇਸ਼ਨ ਲੈਂਦੇ ਹੋ, ਪਲੀਜ਼ ਓਨਲੀ ਗੋ ਟੂ ਐਨ ਆਥੋਰਾਈਜ਼ਡ ਲਾਇਸੈਂਸਡ ਇਮੀਗ੍ਰੇਸ਼ਨ ਕੰਸਲਟੈਂਟ, ਸਪੈਸ਼ਲੀ ਇੰਡੀਆ ਵਿੱਚ ਜਿੱਥੇ ਬਹੁਤ ਸਾਰੇ ਏਜੰਟਸ ਨੇ, ਅਨਲਾਇਸੈਂਸ ਏਜੰਟਸ ਨੇ। ਲਾਇਸੈਂਸ ਏਜੰਟ ਸਿਰਫ ਉਹ ਨਹੀਂ ਜਿਹੜੇ ਪੰਜਾਬ ਗਵਰਨਮੈਂਟ ਤੋਂ ਲਾਇਸੈਂਸ ਨੇ। ਲਾਇਸੈਂਸਡ ਕੰਸਲਟੈਂਟ ਇਜ਼ ਅ ਕੰਸਲਟੈਂਟ ਹੂ ਇਜ਼ ਆਥੋਰਾਈਜ਼ਡ ਬਾਈ ਦ ਕੈਨੇਡੀਅਨ ਗਵਰਨਮੈਂਟ ਟੂ ਗਿਵ ਯੂ ਐਡਵਾਈਸ, ਰਾਈਟ। ਸੋ ਪਲੀਜ਼ ਅਸੀਂ ਨਹੀਂ ਕਹਿੰਦੇ ਸਾਡੇ ਕੋਲ ਆਓ, ਕਿਤੇ ਵੀ ਤੁਸੀਂ ਜਾਓ, ਰਾਈਟ, anywhere you're going, please make sure it is a Canadian government licensed consultant, and ਤੁਹਾਨੂੰ ਜਿਹੜੀ ਐਡਵਾਈਸ ਮਿਲ ਰਹੀ ਹੈ ਉਹ ਇੱਕ ਲਾਇਸੈਂਸ ਕੰਸਲਟੈਂਟ ਤੋਂ ਮਿਲ ਰਹੀ ਹੈ, ਰਾਈਟ। ਬਾਕੀ ਜਿਹੜੀ ਵੀ ਤੁਹਾਨੂੰ ਹੈਲਪ ਚਾਹੀਦੀ ਹੈ, we are here to help you. We are located in Chandigarh, Richfield Immigration. Please reach out to us for anything you need. You will get the most honest and genuine advice about your visas, not only study visas, investment visas, business PR, skilled PR, express entry, PNPs, anything you're looking for, we'll help you out.